ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਾਸਤ ਸਿਮਰਤ ਬੇਦ ਚਾਰ ਮੁਖਾਗਰ ਵਿਚਰੇ। ਤਪੇ ਤਪੀਸਰ ਜੋਗੀਆ ਤੀਰਥ ਗਵਨ ਕਰੇ। ਖਟ ਕਰਮਾਂ ਤੇ ਦੁਗਨੇ ਪੂਜਾ ਕਰਤਾ ਨਾਏ। ਰੰਗ ਨ ਲੱਗਈ ਪਾਰ ਬ੍ਰਹਮ ਤਾਂ ਸਰ ਪਰ ਨਰਕ ਜਾਏ। ਰੰਗ ਨ ਲੱਗਈ ਪਾਰ ਬ੍ਰਹਮ ਤਾਂ ਸਰ ਪਰ ਨਰਕ ਜਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ, ਗੁਰੂ ਸਵਾਰੇ, ਸਤਸੰਗੀ ਜਣੋ, ਆਪ ਜੀ ਨੇ ਲੜੀਵਾਰ ਕਥਾ ਮੁਤਾਬਕ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਅੰਗ 70 ਉੱਪੋਂ ਸਰਵਣ ਕੀਤਾ, ਜਿਸ ਦੇ ਕੁਝ ਪਦੇ ਆਪਾਂ ਪਿਛਲੇ ਦਿਨੀ ਸਰਵਣ ਕੀਤੇ। ਅਗਲਾ ਪਦਾ ਹੈ ਕਿ ਮਨੁੱਖ ਜੇ ਧਾਰਮਿਕ ਕਰਮਕਾਂਡ ਤਾਂ ਬਹੁਤ ਕਰਦਾ ਹੈ, ਪਰ ਪਰਮੇਸ਼ਰ ਨਾਲ ਪਿਆਰ ਨਹੀਂ, ਤਾਂ ਉਸ ਦਾ ਉਹ ਕੀਤਾ ਹੋਇਆ ਵੀ ਪ੍ਰਵਾਨ ਨਹੀਂ ਹੁੰਦਾ। ਪਿੱਛੇ ਸਰਵਣ ਕਰ ਰਹੇ ਸੀ ਕਿ ਜੇ ਕੋਈ ਮਨੁੱਖ ਬਹੁਤ ਦੁਖੀ ਹੋਵੇ, ਕਮਜ਼ੋਰ ਹੋਵੇ, ਪਾਪੀ ਹੋਵੇ, ਪਰਮੇਸ਼ਰ ਦਾ ਨਾਮ ਜਪਦਾ ਹੈ, ਪਰਮੇਸ਼ਰ ਨਾਲ ਜੁੜਦਾ ਹੈ, ਤਾਂ ਉਸ ਨੂੰ ਪਰਮੇਸ਼ਰ ਦਇਆ ਕਰਕੇ ਬਖਸ਼ ਲੈਂਦਾ ਹੈ ਤੇ ਆਪਣੇ ਚਰਨਾਂ ਨਾਲ ਮੇਲ ਲੈਂਦਾ। ਅਗਲੇ ਪਦਿਆਂ ਵਿੱਚ ਧਰਮੀ ਫੋਕੇ ਕਰਮਕਾਂਡੀ ਮਨੁੱਖਾਂ ਦੀ ਗੱਲ ਕਰਦੇ ਹੋਏ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਬਖਸ਼ਿਸ਼ ਕਰਦੇ ਹਨ ਕਿ ਜੇ ਕੋਈ ਮਨੁੱਖ ਸੰਸਾਰੀ ਤੌਰ ਤੇ ਕਰਮਕਾਂਡ ਤਾਂ ਸਾਰੇ ਕਰਦਾ ਹੋਵੇ, ਪਰ ਪਰਮੇਸ਼ਰ ਦੇ ਨਾਲ ਪਿਆਰ ਨਾ ਹੋਵੇ, ਪਰਮੇਸ਼ਰ ਨਾਲ ਨਾ ਜੁੜਿਆ ਹੋਵੇ, ਤਾਂ ਉਸ ਦਾ ਕਦੇ ਵੀ ਉਧਾਰ ਨਹੀਂ ਹੋ ਸਕਦਾ। ਖਟ ਕਰਮਾਂ ਤੇ ਦੁੱਗਣੇ ਪੂਜਾ ਕਰਤਾ ਨਾਏ। ਜੇ ਕੋਈ ਮੂੰਹ ਜਵਾਨੀ ਸ਼ਾਸਤ ਸਿਮਰਤ ਵੇਦਾਂ ਨੂੰ ਮੂੰਹ ਜਵਾਨੀ ਯਾਦ ਕਰ ਲਵੇ, 6 ਸ਼ਾਸਤਰ ਸ਼ਾਖ ਨਿਆਏ ਵਿਸ਼ੇਖਕ ਪਤੰਜਲੀ ਪੂਰਵ ਮਿਵਾਸਾ ਤੇ ਆਦਿ ਵੇਦਾਂਤਾਂ ਨੂੰ, ਸਿਮਰਤੀਆਂ ਨੂੰ, ਚਾਰੇ ਵੇਦਾਂ ਨੂੰ ਕੋਈ ਮੂੰਹ ਜਵਾਨੀ ਰੱਖ ਲਵੇ, ਯਾਦ ਕਰ ਲਵੇ, ਸ਼ਾਮ ਜੁਜਰ ਅਥਰਵਨ ਰਿਗ ਆਦਿ ਇਹਨਾਂ ਗ੍ਰੰਥਾਂ ਨੂੰ ਜੇ ਕੋਈ ਮੂੰਹ ਜਵਾਨੀ ਯਾਦ ਕਰ ਲਵੇ, ਮੂੰਹ ਜਵਾਨੀ ਉਚਾਰਨ ਕਰ ਲਵੇ, ਐਡਾ ਵੱਡਾ ਕੋਈ ਵਿਦਵਾਨ ਬਣ ਜਾਵੇ,
ਚਾਹੇ ਕੋਈ ਤਪੱਸਿਆ ਕਰਨ ਵਾਲਾ ਵੱਡਾ ਤਪੀਸਰ ਧੂਣੀਆਂ ਤਪਦਾ ਹੋਵੇ, ਸਿਆਲਾਂ ਵਿੱਚ ਜਲ ਧਾਰੇ ਕਰਦਾ ਹੋਵੇ, ਵਰਤ ਆਦਿ ਰੱਖਦਾ ਹੋਵੇ, ਯੋਗ ਸਾਧਨਾਵਾਂ ਕਰਦਾ ਹੋਵੇ, 10ਵੇਂ ਦੁਆਰ ਵਿੱਚ ਸਵਾਸ ਚੜ੍ਹਾ ਕੇ ਹਜ਼ਾਰਾਂ ਸਾਲਾਂ ਤੱਕ ਬੈਠਾ ਰਵੇ, ਇੰਨਾ ਵੱਡਾ ਯੋਗੀ ਕਹਾਉਂਦਾ ਹੋਵੇ, ਪਰ ਕੇਵਲ ਪਰਮੇਸ਼ਰ ਦੇ ਨਾਮ ਨਾਲ ਪਿਆਰ ਨਾ ਹੋਵੇ, ਇਹ ਕੰਮ ਨਾ ਕਰਦਾ ਹੋਵੇ, ਖਟ ਕਰਮਾਂ ਤੇ ਦੁੱਗਣੇ ਪੂਜਾ ਕਰਤਾ ਨਾਏ। 6 ਕਰਮ ਹੈ ਹਿੰਦੂ ਮਤ ਵਿੱਚ, ਵਿਦਿਆ ਪੜ੍ਹਨੀ ਪੜ੍ਹਾਉਣੀ, ਦਾਨ ਦੇਣਾ ਲੈਣਾ, ਜਗ ਕਰਨਾ ਕਰਾਉਣਾ ਆਦਿ। ਧੰਨ ਗੁਰੂ ਅਰਜਨ ਦੇਵ ਜੀ ਕਹਿੰਦੇ 6 ਕੀ ਭਾਵੇਂ ਕੋਈ 12 ਕਰਦਾ ਹੋਵੇ। ਔਰ ਇਸ ਗੱਲ ਨੂੰ ਸਤਿਗੁਰਾਂ ਨੇ ਇੱਕੋ ਹੀ ਬਚਨ ਵਿੱਚ ਕਲੀਅਰ ਕਰ ਦਿੱਤਾ, ਸਾਚ ਕਹੋ ਸੁਣ ਲਿਓ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜੀ ਪਰਮੇਸ਼ਰ ਦੇ ਨਾਲ ਪ੍ਰੇਮ ਨਹੀਂ ਹੈ, ਉਹਦਾ ਨਾਮ ਨਹੀਂ ਜਪਦਾ, ਤਾਂ ਉਹਦੀ ਇਹ ਸਾਰੀ ਕੀਤੀ ਕਰਾਈ ਨਿਹਫਲ ਹੈ। ਜਿਸ ਤਰ੍ਹਾਂ ਇੱਕ ਹੋਰ ਬਚਨ ਹੈ ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਦਾ, ਪਾਠ ਪੜ੍ਹਿਓ ਅਰ ਵੇਦ ਵਿਚਾਰਿਓ, ਨਿਵਲ ਭਯੰਗਮ ਸਾਧੇ, ਪੰਜ ਜਨਾ ਸਿਉ ਸੰਗ ਨ ਛੁਟਕਿਓ, ਅਧ ਕੇ ਅਹਮ ਬੁਧ ਬਾਧੇ, ਪਿਆਰੇ ਇਨ ਬਿਧ ਮਿਲਨ ਨ ਜਾਈ, ਮੈਂ ਕੀਏ ਕਰਮ ਅਨੇਕਾ, ਹਾਰ ਪਰਿਓ ਸੁਆਮੀ ਕੇ ਦੁਆਰੇ, ਦੀਜੈ ਬੁੱਧ ਵਿਵੇਕਾ। ਜੇ ਮਨੁੱਖ ਇਹ ਸਾਰਾ ਕੁਝ ਕਰਦਾ ਹੈ ਪਰ ਪਰਮੇਸ਼ਰ ਨਾਲ ਪਿਆਰ ਨਹੀਂ ਪਿਆ, ਪ੍ਰੇਮ ਨਹੀਂ ਹੈ, ਤੇ ਉਹਦਾ ਸਭ ਕੁਝ ਨਿਹਫਲ ਹੈ। ਪਾਤਸ਼ਾਹ ਜੀ ਕਹਿੰਦੇ ਰੰਗ ਨਾ ਲੱਗੀ ਪਾਰ ਬ੍ਰਹਮ ਤਾਂ ਸਰ ਪਰ ਨਰਕੇ ਜਾਏ। ਸਰ ਪਰ ਹੁੰਦਾ ਲੋਹੇ ਤੇ ਲਖੀਰ, ਭਾ ਪੱਕੀ ਗੱਲ। ਇਹ ਪੱਕੀ ਗੱਲ ਹੈ ਕਿ ਉਹ ਮਨੁੱਖ ਜਿਹੜਾ ਹੈ ਨਰਕਾਂ ਨੂੰ ਜਾਵੇਗਾ ਜੀ ਉਹਦੇ ਅੰਦਰ ਪ੍ਰੇਮ ਪੈਦਾ ਨਹੀਂ ਹੋਇਆ। ਭਾਵੇਂ ਸਾਰੇ ਗ੍ਰੰਥ ਮੂੰਹ ਜਵਾਨੀ ਯਾਦ ਕਰ ਲਵੇ, ਭਾਵੇਂ ਜਲ ਧਾਰੇ ਧੂਣੀਆਂ ਤਪਦਾ ਆਦਿ ਇਹ ਸਭ ਕੁਝ ਕਰੜੀ ਤਪੱਸਿਆ ਕਰਦਾ ਹੋਵੇ, ਪਰ ਜੇ ਪ੍ਰੇਮ ਨਹੀਂ ਕਰਦਾ ਤੇ ਉਹਦਾ ਸਭ ਨਿਹਫਲ ਹੈ। ਸਾਚ ਕਹੋ ਸੁਣ ਲਿਓ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਔਰ ਸਤਿਗੁਰਾਂ ਨੇ ਉਹਨਾਂ ਪੜ੍ਹਨ ਪੜ੍ਹਾਉਣ ਵਾਲਿਆਂ ਨੂੰ ਇਹ ਵੀ ਕਹਿ ਦਿੱਤਾ ਕਿ ਭਾਵੇਂ ਪੜ੍ਹ ਪੜ੍ਹ ਗੱਡੇ ਲੱਦੀ ਹੈ, ਪੜ੍ਹ ਪੜ੍ਹ ਭਰੀ ਹੈ ਸਾਥ, ਪੜ੍ਹ ਪੜ੍ਹ ਬੇੜੀ ਪਾਈ ਹੈ, ਪੜ੍ਹ ਪੜ੍ਹ ਗੱਡੀ ਹੈ ਖਾਤ, ਪੜ੍ਹੀ ਹੈ ਜੇਤੇ ਵਰਸ ਵਰਸ, ਪੜ੍ਹੀ ਹੈ ਜੇਤੇ ਮਾਸ, ਪੜ੍ਹੀ ਹੈ ਜੇਤੀ ਆਰਜਾ, ਪੜ੍ਹੀ ਹੈ ਜੇਤੇ ਸਾਸ, ਨਾਨਕ ਲੇਖੇ ਇੱਕ ਗੱਲ ਹੋਰ ਹਉਮੈ ਚੱਖਣਾ ਝਾਕ। ਜਿਹੜੀ ਲੇਖੇ 'ਚ ਪੈਣ ਵਾਲੀ ਗੱਲ ਹੈ ਉਹ ਹੈ ਪ੍ਰੇਮ। ਔਰ ਭਾਈ ਕਨ੍ਹਈਆ ਜੀ ਨੇ ਪ੍ਰੇਮ ਹੀ ਕੀਤਾ ਹੈ। ਜਲ ਛਕਾਉਂਦਿਆਂ ਹੋਇਆਂ ਸਭ ਨੂੰ ਜਲ ਛਕਾਉਂਦਿਆਂ ਸਭ ਦੇ ਵਿੱਚ ਪਰਮੇਸ਼ਰ ਨੂੰ ਜਾਣਨਾ ਕੀਤਾ। ਔਰ ਭਾਈ ਗੋਪਾਲਾ ਜੀ ਨੇ ਪ੍ਰੇਮ ਦੇ ਨਾਲ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਜਪਜੀ ਸਾਹਿਬ ਦਾ ਪਾਠ ਸੁਣਾਇਆ ਤੇ ਉਹ ਪ੍ਰਵਾਨ ਹੋ ਗਏ। ਬਸ ਗੱਡੀ ਗੱਲ ਪ੍ਰੇਮ ਦੀ ਹੈ। ਪੜ੍ਹਿਆ ਅਣਪੜ੍ਹਿਆ ਪਰਮਗਤ ਪਾਵੇ, ਇੱਥੇ ਪੜ੍ਹਿਆਂ ਜਾਂ ਅਣਪੜ੍ਹਿਆਂ ਦੀ ਗੱਲ ਨਹੀਂ। ਦੋਨਾਂ ਦੇ ਵਿੱਚੋਂ ਜਿਹੜਾ ਪ੍ਰੇਮ ਕਰਦਾ ਬਸ ਉਹੀ ਪ੍ਰਵਾਨ ਹੈ। ਸਤਿਗੁਰੂ ਪਾਤਸ਼ਾਹ ਜੀ ਅੱਗੇ ਬਖਸ਼ਿਸ਼ ਕਰਦੇ ਹਨ, ਰੰਗ ਨਾ ਲੱਗੀ ਪਾਰ ਬ੍ਰਹਮ ਤਾਂ ਸਰ ਪਰ ਨਰਕੇ ਜਾਏ। ਇਹ ਪੱਕੀ ਗੱਲ ਹੈ ਕਿ ਉਹ ਨਰਕਾਂ ਨੂੰ ਜਾਵੇਗਾ ਜੇ ਉਹਦੇ ਅੰਦਰ ਪ੍ਰੇਮ ਨਹੀਂ ਹੈ। ਜਿਸ ਤਰ੍ਹਾਂ ਅਸੀਂ ਗੁਰੂ ਪਿਆਰਿਓ ਇੱਕ ਬਚਨ ਆਪਾਂ ਸਰਵਣ ਕਰਦੇ ਹਾਂ, ਇਤਿਹਾਸ ਦੀ ਸਾਖੀ ਹੈ ਸੋਹਣਾ ਮੋਹਣਾ ਦੀ। ਸ਼ਿਵ ਜੀ ਦੇ ਮੰਦਰ ਦੇ ਭਗਤ ਸਨ, ਪਰ ਉਹਨਾਂ ਦੇ ਅੰਦਰ
ਇੱਕ ਜ਼ਖਮੀ ਨੂੰ, ਇੱਕ ਫੱਟੜ ਮਨੁੱਖ ਨੂੰ ਪ੍ਰੇਮ ਨਹੀਂ ਸੀ, ਪਾਣੀ ਨਹੀਂ ਪਿਆਇਆ। ਮਨਾ ਮੂੰਹੀ ਪਾਣੀ ਮੰਦਰ ਵਿੱਚ ਡੋਲਦੇ ਸਨ, ਸ਼ਿਵਲਿੰਗ ਦੀ ਧਵਾਈ ਕਰਦੇ ਸਨ, ਪੂਜਾ ਕਰਦੇ ਸਨ। ਸੋਹਣਾ ਮੋਹਣਾ ਦੋਨੇ ਪਤੀ ਪਤਨੀ ਹੈ। ਔਰ ਇੱਕ ਦਿਨ ਇਹ ਨਦੀ ਤੋਂ ਪਾਣੀ ਦਾ ਘੜਾ ਭਰ ਕੇ ਲਈ ਆ ਰਹੇ ਨੇ, ਤੇ ਰਸਤੇ ਦੇ ਵਿੱਚ ਇਹਨਾਂ ਦੇ ਇੱਕ ਜ਼ਖਮੀ ਸਿੰਘ ਪਿਆ, ਤੜਫ ਰਿਹਾ ਹੈ, ਕਿਸੇ ਦੇ ਨਾਲ ਜੰਗ ਹੋਈ ਆ ਉਹਦੀ। ਉਸਨੇ ਇਹਨਾਂ ਕੋਲੋਂ ਪਾਣੀ ਮੰਗਿਆ ਵੀ ਥੋੜਾ ਪਾਣੀ ਪਿਆਓ, ਪਰ ਕਹਿੰਦੇ ਉਹਨਾਂ ਨੇ ਜਦ ਮਨੁੱਖ ਪਾਣੀ ਪਿਆਉਣ ਲੱਗਿਆ, ਇਸਤਰੀ ਕਹਿਣ ਲੱਗੀ ਇਹ ਪਾਣੀ ਜੂਠਾ ਹੋ ਜਾਵੇਗਾ, ਆਪਾਂ ਸ਼ਿਵਲਿੰਗ ਦੀ ਪੂਜਾ ਕਰਨੀ ਆ। ਘੁੱਟ ਪਾਣੀ ਨਹੀਂ ਦਿੱਤਾ ਉਸਨੂੰ, ਸਿੱਧੇ ਲੰਘ ਗਏ ਤੇ ਜਾ ਕਰਕੇ ਪਾਣੀ ਜਿਹੜਾ ਹੈ ਉਸ ਮੰਦਰ ਦੇ ਵਿੱਚ ਡੋਲ ਦਿੱਤਾ, ਇਸ ਪੂਜਾ ਕਰ ਲਈ ਹੈ, ਧਵਾਈ ਕਰ ਲਈ ਹੈ, ਪਰ ਪ੍ਰੇਮ ਨਹੀਂ ਕੀਤਾ। ਤੇ ਜਦੋਂ ਕੋਲ ਦੀ ਲੰਘ ਗਏ ਤੇ ਉਸ ਸਿੱਖ ਦੇ ਮੂੰਹ ਚੋਂ ਨਿਕਲਿਆ ਦਰਸ਼ਨ ਨਹੀਂ ਜੇ ਦੇਣ ਲੱਗਾ। ਜਦੋਂ ਉਹਨੇ ਪਾਣੀ ਨਾ ਪਿਆਇਆ ਵੀ ਸਾਰੀ ਪੂਜਾ ਅਰਚਨਾ ਕਰਮਕਾਂਡ ਜੋ ਵੀ ਕਰਦੇ ਆ ਧਰਮ ਦੇ ਕਰਮ ਆਪਾਂ ਪਰਮੇਸ਼ਰ ਦੇ ਦਰਸ਼ਨਾਂ ਵਾਸਤੇ ਕਰਦੇ ਆ, ਜੇ ਪ੍ਰੇਮ ਨਹੀਂ ਕਰਦੇ ਤੇ ਇਹ ਸਭ ਨਿਫਲ ਹੈ। ਤੇ ਉਹ ਸਿੱਖ ਦੇ ਮੂੰਹ ਚੋਂ ਨਿਕਲਿਆ ਦਰਸ਼ਨ ਨਹੀਂ ਜੇ ਦੇਣ ਲੱਗਾ। ਇੰਨਾ ਕਹਿੰਦਾ ਹੋਇਆ ਉਹ ਸਿੱਖ ਜਿਹੜਾ ਸੀਗਾ, ਸਿੰਘ ਜਿਹੜਾ ਸੀਗਾ, ਸਰੀਰ ਤੇ ਆ ਗਿਆ, ਸਰੀਰ ਛੱਡ ਗਿਆ। ਇਹਨਾਂ ਨੇ ਜਾ ਕੇ ਧਵਾਈ ਤਾਂ ਕਰ ਲਈ ਮੰਦਰ ਦੇ ਵਿੱਚ, ਪਰ ਜਦੋਂ ਰਾਤ ਨੂੰ ਸੌਂਦੇ ਨੇ ਤਾਂ ਇਹਨਾਂ ਦੇ ਕੰਨਾਂ ਵਿੱਚ ਆਵਾਜ਼ਾਂ ਆਉਂਦੀਆਂ, ਦਰਸ਼ਨ ਨਹੀਂ ਜੇ ਦੇਣ ਲੱਗਾ। ਜਦੋਂ ਅੱਖ ਮੀਚਦੇ ਹੈ, ਧਿਆਨ ਲਾਉਣ ਦੀ ਕੋਸ਼ਿਸ਼ ਕਰਦੇ ਹੈ, ਸੌਣ ਦੀ ਕੋਸ਼ਿਸ਼ ਕਰਦੇ ਹੈ, ਨੀਂਦ ਲੈਣ ਦੀ ਕੋਸ਼ਿਸ਼ ਕਰਦੇ ਹੈ, ਜਦੋਂ ਅੱਖਾਂ ਬੰਦ ਹੁੰਦੀਆਂ ਉਹੀ ਸੀਨ ਮੂਹਰੇ ਆ ਜਾਂਦਾ ਉਹ ਸਿੰਘ ਦਾ ਜਿਸ ਨੇ ਕਿਸੇ ਦੀ ਜਾਨ ਬਚਾਈ ਹੈ ਔਰ ਲੜਾਈ ਦੇ ਵਿੱਚ ਉਹ ਜ਼ਖਮੀ ਹੋ ਗਿਆ ਸੀ। ਦਰਸ਼ਨ ਨਹੀਂ ਜੇ ਦੇਣ ਲੱਗਾ, ਬੜੇ ਦੁਖੀ ਹੋਏ ਸੀ ਇਹ ਲੋਕ। ਫਿਰ ਬੜੀਆਂ ਲੋਕਾਂ ਦੇ ਕੋਲ ਜਾ ਕੇ ਪੁੱਛੌਤੀਆਂ ਵੀ ਕਢਾਈਆਂ ਕੱਢੀਆਂ ਵੀ ਯਾਰ ਗੱਲ ਕੀ ਹੈ, ਸਾਨੂੰ ਆਵਾਜ਼ ਹੀ ਨਹੀਂ ਖਹਿੜਾ ਛੱਡਦੀ। ਬਹੁਤ ਲੋਕਾਂ ਨੇ ਜੁਗਤੀਆਂ ਦੱਸੀਆਂ, ਪਰ ਜਦੋਂ ਰਾਤ ਨੂੰ ਸੌਂਦੇ ਆ ਜਾਂ ਦਿਨੇ ਸੌਂਦੇ ਹੈ ਤੇ ਕੰਨਾਂ 'ਚ ਉਹੀ ਆਵਾਜ਼ ਗੂੰਜਦੀ ਹੈ, ਦਰਸ਼ਨ ਨਹੀਂ ਜੇ ਦੇਣ ਲੱਗਾ। ਇਸ ਤਰ੍ਹਾਂ ਗੁਰੂ ਪਿਆਰਿਓ, ਅਖੀਰ ਇਹ ਸੋਹਣਾ ਮੋਹਣਾ ਕਿਸੇ ਕੋਲ ਜਾਂਦੇ ਆ ਵੀ ਆ ਕੀ ਗੱਲ ਹੈ ਯਾਰ, ਸਾਨੂੰ ਸਮਝ ਨਹੀਂ ਆਉਂਦੀ, ਸਾਡੇ ਕੰਨਾਂ 'ਚ ਆਵਾਜ਼ ਗੂੰਜੀ ਜਾਂਦੀ ਹੈ। ਉਹਨੇ ਪੁੱਛਿਆ ਵੀ ਤੁਸੀਂ ਸੁਣੀ ਕਿੱਥੋਂ ਸੀ? ਉਹ ਕਹਿੰਦੇ ਜੰਗਲ ਦੇ ਵਿੱਚ ਅਸੀਂ ਪਾਣੀ ਲੈ ਕੇ ਆ ਰਹੇ ਸੀ ਨਦੀ ਤੋਂ, ਸ਼ਿਵਲਿੰਗ ਦੀ ਸੇਵਾ ਕਰਨ ਵਾਸਤੇ, ਪੂਜਾ ਕਰਨ ਵਾਸਤੇ ਮੰਦਰ 'ਚ। ਰਾਹ ਵਿੱਚ ਇੱਕ ਸਿੰਘ ਜ਼ਖਮੀ ਪਿਆ ਸੀਗਾ, ਪਿਆਸਾ ਸੀ, ਉਹ ਪਾਣੀ ਮੰਗਦਾ ਸੀਗਾ ਤੇ ਅਸੀਂ ਉਹਨੂੰ ਪਾਣੀ ਨਹੀਂ ਪਿਆਇਆ। ਅਸੀਂ ਇਸ ਭਰਮ ਵਿੱਚ ਸੀਗੇ ਵੀ ਪਾਣੀ ਝੂਠਾ ਹੋ ਜਾਊਗਾ, ਅਸੀਂ ਜਾ ਕੇ ਮੰਦਰ ਦੀ ਪੂਜਾ ਕਰਨੀ ਹੈ। ਅਸੀਂ ਉਹ ਘੜੇ 'ਚੋਂ ਉਹਨੂੰ ਪਾਣੀ ਨਹੀਂ ਪਿਆਇਆ ਤੇ ਉਸ ਨੇ ਕਿਹਾ ਸੀਗਾ ਦਰਸ਼ਨ ਨਹੀਂ ਜੇ ਦੇਣ ਲੱਗਾ। ਉਹ ਸਿਆਣਾ ਬੰਦਾ ਕਹਿਣ ਲੱਗਿਆ ਫਿਰ ਉਹ ਸਿੰਘ ਗੁਰੂ ਗੋਬਿੰਦ ਸਿੰਘ ਦਾ ਹੈ ਤੇ ਤੁਸੀਂ ਗੁਰੂ ਗੋਬਿੰਦ ਸਿੰਘ ਕੋਲੇ ਜਾਓ, ਇਹਦਾ ਹੱਲ ਉਹੀ ਕਰ ਸਕਦੇ ਆ, ਹੋਰ ਕੋਈ ਨਹੀਂ ਕਰ ਸਕਦਾ। ਅਖੀਰ ਉਹ ਸੋਹਣਾ ਮੋਹਣਾ ਦੋਨੇ ਪਤੀ ਪਤਨੀ ਅਨੰਦਪੁਰ ਸਾਹਿਬ ਪਹੁੰਚ ਗਏ। ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਇਲਾਕੇ 'ਚ ਹੁਣ ਕਿਸੇ ਨੂੰ ਪੁੱਛਦੇ ਅਸੀਂ ਗੁਰੂ ਗੋਬਿੰਦ ਸਿੰਘ ਜੀ ਨੂੰ ਮਿਲਣਾ ਹੈ, ਉਹ ਕਹਿੰਦੇ ਵੀ ਉਹ ਦਰਬਾਰ ਸਾਹਿਬ ਹੈ, ਮਿਲ ਲਓ। ਪਰ ਜਦ ਮਿਲਣ ਵਾਸਤੇ ਜਾਂਦੇ ਆ ਗੁਰੂ ਸਾਹਿਬ ਉਹਨੂੰ ਮਿਲਦੇ ਹੀ ਨਹੀਂ ਗੇ, ਦਰਸ਼ਨ ਨਹੀਂ ਦਿੰਦੇ, ਉਹਨਾਂ ਨੂੰ ਲੱਭਦੇ ਹੀ ਨਹੀਂ। ਬੜੀਆਂ ਕੋਸ਼ਿਸ਼ਾਂ ਕੀਤੀਆਂ ਗੁਰੂ ਸਾਹਿਬ ਨੂੰ ਮਿਲਣ ਲਈ, ਜਿੱਧਰ ਜਾਂਦੇ ਆ ਅੱਗੋਂ ਗੁਰੂ ਸਾਹਿਬ ਪਹਿਲਾਂ ਹੀ ਉੱਥੋਂ ਤੁਰ ਜਾਂਦੇ ਆ ਕਿਸੇ ਪਾਸੇ ਨੂੰ, ਉਹਨਾਂ ਨੂੰ ਮਿਲਦੇ ਨਹੀਂ।
एक दिन पता लग्या भी अज इधर दी गुरु साहब लंघणगे, गली विच बैठ गए जां खड़ गए, तो गुरु साहब भी जानी जान सी, ਸਿੰਘਾਂ ਨੂੰ कहें तुसीं जाओ इधर दी, मैं उधरली गली आउणा। कहो सतनाम श्री, गली बदल गए, बड़े तड़फ गए। हुण इन्हां नूं नींद नहीं आउंदी, चैन नहीं आउंदी, शांति नहीं आउंदी। जदों अखां बंद करदे आ उही ਸਿੰਘ दी फोटो मूहरे आ जांदी आ, आवाज़ां आउंदियां, दर्शन नहीं जे देण लगा। तो उस वेले फिर गुरु प्यारे ये चलते चलते गुरु गोबिंद सिंह पातशाह जी के एक माली कोल पहुँचते हैं, जिस माली ने बाग लाया होया, बाग की संभाल करता है वो माली। तो इन्हों ने जा करके उस माली नूं बेनती की भी असीं यार गुरु साहब के दर्शन करने, गुरु साहब सानूं मिलते ही नहीं। जब उन्होंने सारी कहानी दसी, कहते गलती बहुत वड्डी है तुहाडी है, एक पत्थर उत्ते पानी डोल देना तो एक जिउंदे बंदे नूं पानी ना पियाउणा। तुहाडा शायद पानी पाया उहदी जान बच जांदी, पर चलो वो तो भाणे दे भी शरीर त्याग गया, पर हुण तुहाडा हल गुरु साहब तो बगैर कोई नहीं कर सकदा। वो कहंदे सानूं गुरु साहब मिलदे नहीं, असीं करिए की? कहंदे वो सेवा करके मिलणगे। आपे सेवा लाईन आपे बख्श करे, सबना का माँ प्यो आप है आपे सार करे। कहंदे भी की सेवा करिए? वो माली कहन लगे भी की काम जानते हो? कहंदे आ फुल्लां पौदियां दा काम भी असीं जानते हैं। कहंदे फिर मेरे नाल सेवा कराओ, जदों समा आया मिलन दा मिल पैणगे। हुण दोने मियाँ बीबी सोहना ते मोहना, सोहना मनुख है मोहना इस्त्री है, उस माली दे कोल काम करन लगे। और इन्हां ने गुरु प्यारिओ पौष सुदी सत्ते का दिहाड़ा आउण वाला है, उहदे वास्ते इन्हां ने एक फुੱਲ तैयार कीते जिहड़े गर्मी च तैयार हुंदे आ, पर इन्हां ने सियाल दे विच टेंट वगैरह ला के तंबू ला के उहदे विच उन्नी गरमैश दे के वो फुੱਲ तैयार कीते। और ये रोजाना एक फुल्लां दा हार माता जीतो जी होरां कोल भेजदे आ, माता साहब देवा होरां कोल वो फुल्लां दा हार गुरु पातशाह नूं भेंट करदे आ। ते इतने पौष सुदी सत्ती दा दिहाड़ा, प्रकाश दिहाड़ा, जन्म दिहाड़ा नेड़े आ रहे हैं, तो इन्हां ने उदों मिलन की सलाह बनाई है भी उदों असीं पौष सुदी सत्ते ते फुल्लां दा हार लैके जावांगे, उदों दर्शन हो जाणगे। जदों फुੱਲ तैयार कर ले, इन्ने 2 दिन रह गए पौष सुदी सत्ते च, ते शामां नूं इन्हां दे कोल बाग दे विच एक रोडा जलाली साध आ गया। नाम सी उहदा रोडा जलाली। वो कहन लग्या भी मैनूं फुੱਲ लैके जाने आ। मालिक कहन लगे भी लै जाओ, किहड़े लैणे आ? कहंदे जिहड़े वो तंबू च लाए आ। कहंदे वो तंबू वाले नहीं मिलदे। कहो सतनाम जी, वो तो असी बड़ी मेहनत करके तैयार किए हैं, वो तो गुरु साहब नूं असी परसों पौष सुदी सत्ते का दिहाड़ा है, उस दिन असी उन्होंने भेंट करने आ हार बना के। वो कहना भाई उही लेने आ। ये तिन्ने माली सोहना मोहना ते वो जिहड़ा माली मुखी है बाग दा, इन्हां ने जवाब दे दिता भी वो फुੱਲ नहीं मिलते, वो तो पौष सुदी सत्ते ते असी आप भेंट करने हैं। उन्होंने बड़ी कोशिश की, होर बहुत फुੱਲ लगे इन्हां चों लै जाओ। कहंदे ना उही लेने आ। वो तो उन्होंने उन्होंने मोड़ दिता भी वो नहीं मिलते, पर अद्धी रात नूं आके उन्होंने चोरियों सने पौधे ते सने फुੱਲ पौधे पट के ले गए। और जिहड़ी वाड़ी सी छोटी जी बनाई वो फुੱਲਾਂ दी उजड़ गई सारी, वो पट के ले गया रात नूं। कुछ मिधे पे आ, कुछ ले गया पट के। जो दूजे दिन तड़के ये उठे माली ते वेखिया सारी जिहड़ी बाड़ी आ उजड़ी पई आ, ते उन्हां सोहना मोहना नूं तां वेखदे ही गशी पै गई, बेहोश होकर डिग पे दोने भी आ एक मिलन का साधन बनाया सी, ये भी साडा पास नहीं होया। ते दूजे पासे रोडा जलाली जिहड़ा है वो फुੱਲਾਂ का गुलदस्ता बना के लै गया, जिवें आ गुलदस्ते रखे है। वो सारियां टाहनियां इकट्ठियां कर लियां फुੱਲਾਂ दियां,
ਤੇ ਗੁਲਦਸਤਾ ਬਣਾ ਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕੋਲ ਲੈ ਗਿਆ। ਜਿਵੇਂ ਹੋਰ ਸੰਗਤਾਂ ਭੇਟਾਵਾਂ ਭੇਟ ਕਰਦੀਆਂ, ਇਹਨੇ ਗੁਲਦਸਤਾ ਅੱਗੇ ਕੀਤਾ। ਪਾਤਸ਼ਾਹ ਨੇ ਫੜ ਲਿਆ, ਫੜ ਕੇ ਕਹਿੰਦੇ ਓਏ ਤੂੰ ਕਿੱਥੋਂ ਲੈ ਕੇ ਆਇਆ ਰੋਡਿਆ? ਕਹਿੰਦਾ ਜੀ ਪ੍ਰਵਾਨ ਕਰੋ। ਕਹਿੰਦੇ ਪ੍ਰਵਾਨ ਕਿਵੇਂ ਕਰਾਂ? ਤੂੰ ਚੋਰੀ ਕਰਕੇ ਲਿਆਇਆ? ਕੰਨਾਂ ਨੂੰ ਲਾਉਂਦੀ ਆ, ਕਦੇ ਮੈਨੂੰ ਰੋਣ ਦੀ ਆਵਾਜ਼ ਸੁਣਦੀ ਹੈ ਇਹਨਾਂ 'ਚੋਂ, ਕਦੇ ਨੱਕ ਨਾਲ ਸੁੰਘਦੇ ਆ, ਕਦੇ ਕੰਨਾਂ ਨੂੰ ਲਾਉਂਦੇ ਆ, ਦੱਸ ਕਿੱਥੋਂ ਲੈ ਕੇ ਆਏ ਆ? ਥੋੜ੍ਹੇ ਚਿਰ ਬਾਅਦ ਕਿਸੇ ਨੇ ਆ ਕੇ ਕਿਹਾ ਮਹਾਰਾਜ ਆਪਣੇ ਬਾਗ ਦੇ ਮਾਲੀ ਬੇਹੋਸ਼ ਹੋਏ ਪਏ ਆ। ਤੇ ਪਾਤਸ਼ਾਹ ਕਹਿੰਦੇ ਨੰਗੇ ਪੈਰੀਂ ਉਸ ਬਾਗ ਦੇ ਵੱਲ ਚੱਲ ਪਏ, ਹੱਥਾਂ ਵਿੱਚੋਂ ਗੁਲਦਸਤਾ ਫੜਿਆ ਹੋਇਆ, ਕੋ ਸਤਨਾਮ ਸ੍ਰੀ। ਔਰ ਬਾਗ ਵਿੱਚ ਜਾ ਕੇ ਜਿਹੜਾ ਮੁਖੀ ਮਾਲੀ ਉਹ ਵੇਖ ਰਿਹਾ ਹੈ, ਉਹ ਦੋਨੇ ਮੀਆਂ ਬੀਬੀ ਪਤੀ ਪਤਨੀ ਬੇਹੋਸ਼ ਹੋਏ ਪਏ ਨੇ। ਪਾਤਸ਼ਾਹ ਨੇ ਉੱਥੇ ਜਾ ਕੇ ਗੁਲਦਸਤਾ ਪਾਸੇ ਰੱਖਿਆ ਤੇ ਦੂਜੇ ਮਾਲੀ ਤੋਂ ਪਾਣੀ ਮੰਗਾਇਆ ਔਰ ਉਹਨਾਂ ਦੇ ਸਿਰ ਆਪਣੇ ਗੋਡਿਆਂ 'ਤੇ ਰੱਖ ਕੇ ਉਹਨਾਂ ਨੂੰ ਪਾਤਸ਼ਾਹ ਨੇ ਆਪਣੇ ਹੱਥਾਂ ਨਾਲ ਮੁੜਕਾ ਪੂੰਝਿਆ, ਉਹਨਾਂ ਦੀਆਂ ਤਰੇਲੀਆਂ ਪੂੰਝੀਆਂ ਤੇ ਆਪਣੇ ਹੱਥਾਂ ਨਾਲ ਉਹਨਾਂ ਦੇ ਮੂੰਹ ਵਿੱਚ ਪਾਣੀ ਪਾਇਆ। ਕਹੋ ਸਤਨਾਮ ਸ੍ਰੀ। ਜਿਨ੍ਹਾਂ ਨੇ ਕੋਲੋਂ ਇੱਕ ਸਿੰਘ ਨੇ ਪਾਣੀ ਮੰਗਿਆ ਸੀਗਾ, ਉਹਨਾਂ ਨੇ ਅੱਜ ਗੁਰੂ ਸਾਹਿਬ ਦੇ ਦਰਸ਼ਨਾਂ ਦੀਆਂ ਬੜੀਆਂ ਕੋਸ਼ਿਸ਼ਾਂ ਕੀਤੀਆਂ, ਨਾ ਹੋਏ, ਪਰ ਅੱਜ ਗੁਰੂ ਸਾਹਿਬ ਪਹੁੰਚੇ। ਉਹਨਾਂ ਨੇ ਲਗਭਗ ਕਈ ਮਹੀਨੇ ਪਛਚਾਤਾਪ ਕਰਾਇਆ ਸਤਿਗੁਰ ਨੇ ਉਹਨਾਂ ਨੂੰ, ਵੀ ਤੁਹਾਡੀ ਇਹ ਗਲਤੀ ਕਿੱਡੀ ਵੱਡੀ ਹੈ, ਇੱਕ ਧਿਆਈ ਨੂੰ ਪਾਣੀ ਨਹੀਂ ਪਿਆਇਆ ਜਿਹੜਾ ਤੁਸੀਂ। ਕਹੋ ਸਤਨਾਮ ਸ੍ਰੀ। ਇਸ ਕਰਕੇ ਜਦੋਂ ਉਹਨਾਂ ਨੂੰ ਹੋਸ਼ ਆਈ ਤੇ ਉਹ ਕੁਝ ਖੁਸ਼ ਵੀ ਹੋਏ, ਕੁਝ ਹੈਰਾਨ ਵੀ ਹੋਏ ਵੀ ਸਾਡੇ ਸਿਰ ਗੁਰੂ ਸਾਹਿਬ ਦੀ ਗੋਦ ਵਿੱਚ ਹੈ। ਅੱਖਾਂ ਮੀਚ ਲਈਆਂ। ਪਾਤਸ਼ਾਹ ਕਹਿੰਦੇ ਅੱਖਾਂ ਖੋਲੋ। ਇਸ ਤਾਂ ਆਵਾਜ਼ ਨੂੰ ਕਿੱਦੇ ਦੇ ਤਰਸਦੇ ਸੀ, ਇਹ ਹੋਸ਼ ਵਿੱਚ ਆ ਗਏ। ਸ਼ੁਕਰ ਹੈ ਮਹਾਰਾਜ ਦਰਸ਼ਨ ਦਿੱਤੇ। ਪਰ ਇੰਨਾ ਚਿਰ ਕਿਉਂ ਨਹੀਂ ਦਰਸ਼ਨ ਦਿੱਤੇ? ਕਹਿੰਦੇ ਮੈਂ ਸਿੰਘ ਦਾ ਬਚਨ ਵੀ ਤਾਂ ਪੂਰਾ ਕਰਨਾ ਸੀਗਾ। ਜਿਹਨੇ ਤੁਹਾਡੇ ਕੋਲੋਂ ਪਾਣੀ ਮੰਗਿਆ ਸੀ ਉਹਨੂੰ ਪਾਣੀ ਨਹੀਂ ਪਿਆਇਆ। ਆ ਜਿਤਨੇ ਕਰਮਕਾਂਡ ਸ਼ਾਸਤਰ ਸਿਮਰਤ ਵੇਦ ਚਾਰ ਮੁਖਾਗਰ ਵਿਚਰੇ ਤਪੇ ਤਪੀਸਰ ਜੋਗੀਆ ਤੀਰਥ ਗਵਨ ਕਰੇ ਖਟ ਕਰਮਾਂ ਤੇ ਦੁੱਗਣੇ ਪੂਜਾ ਕਰਤਾ ਨਾਏ ਰੰਗ ਨਾ ਲੱਗੀ ਪਾਰ ਬ੍ਰਹਮ ਤਾਂ ਸਰ ਪਰ ਨਰਕੇ ਜਾਏ। ਪੱਕੀ ਗੱਲ ਹੈ, ਜੇ ਪ੍ਰੇਮ ਨਹੀਂ ਹੈ ਤੇ ਉਹ ਜਿੰਨਾ ਮਰਜ਼ੀ ਕਰਮਕਾਂਡ ਕਰ ਲਵੇ, ਧਰਮ ਦੇ ਕਰਮ। ਸਤਿਗੁਰ ਕੀ ਪ੍ਰਤੀਤ ਨ ਆਈਆ ਸ਼ਬਦ ਨਾ ਲਾਗੋ ਭਾਓ ਉਸ ਨੂੰ ਸੁੱਖ ਨਾ ਉਪਜੇ 100 ਗੇੜਾ ਆਓ ਜਾਓ। ਫਿਰ ਉਹਨਾਂ ਮਾਲੀਆਂ ਨੂੰ ਬਖਸ਼ਿਆ, ਸੋਹਣਾ ਮੋਹਣਾ ਨੂੰ ਬਖਸ਼ਿਆ ਪਾਤਸ਼ਾਹ ਨੇ। ਉਹ ਗੁਲਦਸਤਾ ਵੀ ਫੁੱਲਾਂ ਦਾ ਉਹਨਾਂ ਨੂੰ ਫੜਾ ਦਿੱਤਾ, ਕਹਿੰਦੇ ਆ ਲਓ ਫੁੱਲ। ਤੇ ਫਿਰ ਉਹਨਾਂ ਨੇ ਚੁਣ ਚੁਣ ਕੇ ਉਹਨਾਂ ਫੁੱਲਾਂ ਨੂੰ ਹਾਰ ਬਣਾ ਕੇ ਪਾਤਸ਼ਾਹ ਜੀ ਨੂੰ ਭੇਟ ਕੀਤਾ ਤੇ ਮਾਫੀ ਮੰਗੀ। ਔਰ ਉਸ ਦਿਨ ਤੋਂ ਬਾਅਦ ਉਹ ਸਿੱਖ ਬਣ ਗਏ। ਵਾਕਿਆ ਹੀ ਜੈਸਾ ਸੇਵਾ ਤੈਸਾ ਹੋਏ। ਜਿਹੋ ਜੀ ਬੰਦਾ ਸੇਵਾ ਪੂਜਾ ਕਰਦਾ, ਜਿਹੋ ਜਿਹੇ ਦਰਸ਼ਨ ਕਰਦਾ, ਉਹੋ ਜਿਹਾ ਹੋ ਜਾਂਦਾ। ਪੱਥਰਾਂ ਨੂੰ ਪੂਜਣ ਵਾਲੇ ਪੱਥਰ ਹੀ ਬਣ ਜਾਂਦੇ ਆ। ਕਹੋ ਸਤਨਾਮ ਸ੍ਰੀ। ਪੱਥਰਾਂ ਨੂੰ ਪੂਜਣ ਵਾਲੇ ਦਿਲ ਵੀ ਪੱਥਰ ਹੋ ਗਏ। ਇੱਕ ਤੜਫਦੇ ਜ਼ਖਮੀ ਸਿੰਘ ਨੇ ਪਾਣੀ ਮੰਗਿਆ ਘੁੱਟ, ਤੇ ਘੜੇ ਦੇ ਵਿੱਚੋਂ ਪਾਣੀ ਪਿਆ ਸਕਦੇ ਸੀ, ਪਰ ਕਹਿੰਦੇ ਨਾ ਨਾ ਇਹ ਝੂਠਾ ਹੋ ਜਾਊਗਾ, ਆਪਾਂ ਸ਼ਿਵਲਿੰਗ ਦੀ ਪੂਜਾ ਕਰਨੀ ਆ। ਕਹੋ ਸਤਨਾਮ ਸ੍ਰੀ। ਇਹ ਕਿੰਨਾ ਵੱਡਾ ਚੱਕਰ ਪਿਆ ਉਹਨਾਂ ਨੂੰ। ਚਲੋ ਉਹਨਾਂ ਦਾ ਭਲਾ ਹੋਣਾ ਸੀਗਾ, ਗੁਰੂ ਸਾਹਿਬ ਨੇ ਉਹਨਾਂ ਨੂੰ ਆਪਣੇ ਸਿੱਖ ਬਣਾਇਆ। ਫਿਰ ਤਾਂ ਇਸ ਕਰਕੇ ਮਨੁੱਖ ਦੇ ਅੰਦਰ ਪ੍ਰੇਮ ਬੜਾ ਜ਼ਰੂਰੀ ਹੈ। ਅਗਲੀ ਪੰਕਤੀ ਵਿੱਚ ਪਾਤਸ਼ਾਹ ਲਿਖਦੇ ਹਨ, ਕਹਿਣ ਲੱਗੇ ਜੇ ਮਨੁੱਖ ਦੇ ਕੋਲ ਬੜੀਆਂ ਸ਼ਕਤੀਆਂ ਹੋਣ, ਇਹ ਤਾਂ ਗੱਲ ਹੋ ਗਈ ਨਾ ਧਰਮੀ ਲੋਕਾਂ ਦੀ। ਇੱਕ ਹੋਰ ਛੋਟੀ ਜਿਹੀ ਗੱਲ ਆ ਗਈ ਯਾਦ 6ਵੇਂ ਪਾਤਸ਼ਾਹ ਜੀ ਦੇ ਸਮੇਂ ਦੀ। ਕਹਿੰਦੇ ਸੰਗਤ ਜਾ ਰਹੀ ਹੈ ਕਸ਼ਮੀਰ ਨੂੰ, ਔਰ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਕਸ਼ਮੀਰ 'ਚ ਗਏ ਹੋਏ ਨੇ। ਤੇ ਸੰਗਤ ਦੇ ਕੋਲ ਇੱਕ ਮਟਕੇ ਦੇ ਵਿੱਚ ਸ਼ਹਿਦ ਹੈ ਮੱਖੀਆਂ ਦਾ। ਤੇ ਜਾਂਦਿਆਂ ਜਾਂਦਿਆਂ ਰਸਤੇ ਵਿੱਚ ਇੱਕ ਸਰਾਂ ਬਣਾਈ ਹੈ ਇੱਕ ਸਿੱਖ ਨੇ, ਭਾਈ ਕੱਟੂ ਨੇ। ਉਹ ਸਰਾਂ ਦੇ ਵਿੱਚ ਲੋਕ ਜਾਂਦੇ ਆਰਾਮ ਕਰ ਲੈਂਦੇ ਆ, ਰਾਤ ਪੈ ਜੇ ਰਾਤ ਵੀ ਕੱਟ ਲੈਂਦੇ ਆ। ਉਹ ਸੰਗਤ ਦੇ ਜਥੇ ਨੇ ਭਾਈ ਕੱਟੂ ਕੋਲੇ ਰਾਤ ਕੱਟੀ।
ਤੇ ਤੜਕੇ ਜੋ ਤੁਰਨ ਲੱਗੇ ਨਾ, ਉਹਨਾਂ ਨੇ ਉਹ ਮਟਕੀ ਚੱਕੀ ਜਿਹਦੇ ਉੱਤੇ ਪੌਣਾ ਬੰਨਿਆ ਹੋਇਆ, ਕੱਪੜਾ ਬੰਨਿਆ ਹੋਇਆ। ਭਾਈ ਕੱਟੂ ਕਹਿਣ ਲੱਗਿਆ ਜੀ ਆ ਮਟਕੇ 'ਚ ਕੀ ਆ? ਕਹਿੰਦੇ ਇਹ ਤਾਂ ਸ਼ਹਿਦ ਆ ਨਿੱਕੀ ਮੱਖੀ ਦਾ। ਅੱਛਾ, ਥੋੜ੍ਹਾ ਜਿਹਾ ਮੈਨੂੰ ਦੇ ਦਿਓ, ਮੈਨੂੰ ਖੰਘ ਜੀ ਲੱਗੀ ਆ, ਗਲਾ ਜਿਹਾ ਖਰਾਬ ਹੈ। ਕਹੋ ਸਤਨਾਮ ਸੀ। ਉਹ ਕਹਿੰਦੇ ਨਾ ਨਾ, ਪਹਿਲਾਂ ਮਹਾਰਾਜ ਨੂੰ ਭੋਗ ਲਵਾਉਣਾ, ਐਂ ਜੂਠਾ ਨਹੀਂ ਕਰਨਾ ਗਾ, ਅਸੀਂ ਪਹਿਲਾਂ ਗੁਰੂ ਸਾਹਿਬ ਨੂੰ ਭੋਗ ਲਵਾਉਣਾ। ਕੱਟੂ ਕਹਿੰਦਾ ਤੁਹਾਡੀ ਮਰਜ਼ੀ ਹੈ, ਥੋੜ੍ਹਾ ਚਮਚਾ ਕ ਲੈਣਾ ਸੀ ਮੈਂ ਤਾਂ। ਉਹਨੇ ਨਾਂ ਦਿੱਤਾ ਤੇ ਉਵੇਂ ਬੰਨੀ ਬਣਾਈ ਮਟਕੀ ਚੱਕੀ ਤੇ ਕਸ਼ਮੀਰ ਦੇ ਵਿੱਚ ਜਿੱਥੇ ਪਾਤਸ਼ਾਹ ਉਤਰੇ ਸੀਗੇ, ਮਾਈ ਸੇਵਾ ਦੇ ਘਰ ਜਾ ਕੇ ਉਤਰੇ ਸੀਗੇ, ਉਹ ਯਾਦ ਕਰਦੀ ਸੀ ਪਾਤਸ਼ਾਹ ਨੂੰ। ਉੱਥੇ ਪਹੁੰਚ ਗਏ ਔਰ ਜਾ ਕੇ ਮੱਥਾ ਟੇਕਿਆ, ਸ਼ਹਿਦ ਵਾਲੀ ਮਟਕੀ ਮੂਹਰੇ ਰੱਖ ਦਿੱਤੀ। ਪਾਤਸ਼ਾਹ ਕਹਿੰਦੇ ਉਹ ਆਹ ਕੀ ਲੈ ਕੇ ਆਏ ਹੋ? ਕਹਿੰਦੇ ਜੀ ਸ਼ਹਿਦ ਆ। ਕਹਿੰਦੇ ਵਿਖਾਓ ਤਾਂ। ਜਦ ਕਹਿੰਦੇ ਪੌਣਾ ਖੋਲ੍ਹਿਆ ਤੇ ਉਹ ਸ਼ਹਿਦ ਵਿੱਚ ਕੀੜੇ ਪੈ ਗਏ। ਕਹੋ ਸਤਨਾਮ ਸੀ। ਜਦੋਂ ਕਿ ਸ਼ਹਿਦ ਪੁਰਾਣਾ ਹੋ ਕੇ ਵੀ ਖਰਾਬ ਨਹੀਂ ਹੁੰਦਾ, ਨਵੇਂ ਦੇ ਵਿੱਚ ਹੀ ਕਰਮ ਪੈ ਗਏ, ਕੀੜੇ ਪੈ ਗਏ। ਪਾਤਸ਼ਾਹ ਕਹਿੰਦੇ ਆਹ ਸ਼ਹਿਦ ਲਿਆਇਓ ਮੇਰੇ ਵਾਸਤੇ। ਜਦੋਂ ਮੈਂ ਮੰਗਿਆ ਸੀ ਉਦੋਂ ਦਿੱਤਾ ਨਹੀਂ ਗਾ, ਹੁਣ ਮਗਰ ਮਗਰ ਚੱਕੀ ਫਿਰਦੇ ਹੋ। ਕਹਿੰਦੇ ਜੀ ਕਦੋਂ ਮੰਗਿਆ ਸੀ? ਸਾਨੂੰ ਤਾਂ ਪਤਾ ਹੀ ਨਹੀਂ। ਕਹਿੰਦੇ ਪਤਾ ਨਹੀਂ ਤੁਹਾਨੂੰ? ਜਿੱਥੇ ਸਰਾਂ ਦੇ ਵਿੱਚ ਰਾਤ ਕੱਟੀ ਸੀ ਉੱਥੇ ਮੰਗਿਆ ਸੀ। ਕਹੋ ਸਤਨਾਮ ਸ੍ਰੀ। ਕਹਿੰਦੇ ਜੀ ਚੰਗੀ ਤਰ੍ਹਾਂ ਸਮਝਾਓ। ਪਾਤਸ਼ਾਹ ਕਹਿੰਦੇ ਕੱਟੂ ਨੇ ਮੰਗਿਆ ਸੀ ਨਾ ਸ਼ਾਇਦ? ਕਹਿੰਦੇ ਹਾਂ ਜੀ। ਕਹਿੰਦੇ ਫਿਰ ਉੱਥੇ ਕਿਉਂ ਨਹੀਂ ਦਿੱਤਾ ਉਹਨੂੰ, ਕੱਟੂ ਨੂੰ? ਕਿ ਕੱਟੂ ਵਿੱਚ ਮੈਂ ਨਹੀਂ ਵਸਦਾ? ਸੱਚ ਕਹੋ ਸੁਣ ਲਿਓ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਉੱਥੇ ਭਾਈ ਕੱਟੂ ਨੇ ਇੱਕ ਚਮਚਾ ਸ਼ਹਿਦ ਦਾ ਮੰਗਿਆ ਸੀ, ਉਹਨੂੰ ਦੇ ਦਿੰਦੇ। ਜਾਓ ਇਹਨੂੰ ਚੱਕ ਕੇ ਉੱਥੇ ਲੈ ਕੇ ਜਾਓ, ਬੰਨੋ ਪਾਉਣਾ ਇਸ 'ਤੇ ਵਾਪਸ। ਦੁਬਾਰਾ ਫਿਰ ਉੱਤੇ ਕੱਪੜਾ ਬੰਨਿਆ। ਕਹਿੰਦੇ ਪਹਿਲਾਂ ਕੱਟੂ ਨੂੰ ਦੇ ਕੇ ਆਓ, ਫਿਰ ਮੈਂ ਖਾਊਂਗਾ। ਐਸਾ ਗੁਰੂ ਤੇ ਸਿੱਖ ਦਾ ਪਿਆਰ ਹੈ। ਕਹੋ ਸਤਨਾਮ ਸ੍ਰੀ। ਇਸ ਤਰ੍ਹਾਂ ਉਹਨਾਂ ਸੰਗਤਾਂ ਨੇ ਫਿਰ ਉਹ ਮਟਕੀ ਵਾਪਸ ਚੱਕੀ, ਵਾਪਸ ਕੱਟੂ ਕੋਲੇ ਸਰਾਂ 'ਚ ਆਏ। ਕਹਿੰਦੇ ਭਾਈ ਸਾਹਿਬ ਆ ਸ਼ਹਿਦ ਲੈ ਲਓ ਥੋੜ੍ਹਾ ਜਿਹਾ। ਗੁਰੂ ਸਾਹਿਬ ਨੇ ਮੋੜਤਾ। ਕਹਿੰਦੇ ਪਹਿਲਾਂ ਉਹਨੂੰ ਦੇ ਕੇ ਆਓ, ਮੈਂ ਫੇਰ ਲਊਂਗਾ। ਇਹ ਹੈ ਪ੍ਰੇਮ ਦੀ ਖੇਡ। ਸ਼ਬਦ ਚੱਲ ਰਿਹਾ ਹੈ ਪਿੱਛੇ ਸ੍ਰੀ ਰਾਗ ਮਹੱਲਾ ਪੰਜਵਾਂ। ਜਾਂ ਕੋ ਮੁਸ਼ਕਿਲ ਅੱਤ ਬਣੇ ਢੋਈ ਕੋਈ ਨਾ ਦੇ, ਲਾਗੂ ਹੋਏ ਦੁਸ਼ਮਣਾ ਸਾਖ ਪੀ ਭੱਜ ਖਲੇ। ਸਭੋ ਭੱਜੇ ਆਸਰਾ ਚੁੱਕੇ ਸਭ ਅਸਰਾਓ, ਚਿੱਤ ਆਵੈ ਉਸ ਪਾਰ ਬ੍ਰਹਮ ਤਾਂ ਲੱਗੇ ਨਾ ਤੱਤੀ ਵਾਓ। ਇਹ ਸ਼ਬਦ ਚੱਲ ਰਿਹਾ। ਇਸ ਦਾ ਆਪਾਂ ਪੰਜਵਾਂ ਪਦਾ ਸ਼ਰਵਣ ਕੀਤਾ ਅੱਜ। ਪੰਜਵੇਂ ਪਦੇ ਵਿੱਚ ਕਹਿੰਦੇ ਧਰਮੀ ਬਹੁਤ ਵੱਡਾ ਹੋਵੇ ਪਰ ਪ੍ਰੇਮ ਨਾ ਹੋਵੇ ਤੇ ਉਹ ਵੀ ਨੇਫਲ ਹੈ। ਕਹੋ ਸਤਨਾਮ ਸ੍ਰੀ। ਧਰਮੀ ਬਹੁਤ ਵੱਡਾ ਹੋਵੇ ਪਰ ਜੀਵਾਂ ਦੇ ਨਾਲ ਪਿਆਰ ਨਹੀਂ ਕਰਦਾ, ਪ੍ਰੇਮ ਨਹੀਂ ਕਰਦਾ, ਤੇ ਉਸ ਦੀ ਤਪੱਸਿਆ, ਯੋਗ ਸਾਧਨਾਵਾਂ ਆਦਿ ਆਦਿ, ਪੂਜਾ ਅਰਚਨਾ, ਉਹਦੇ ਮੂੰਹ ਜਵਾਨੀ ਭਾਵੇਂ ਕਿੰਨੇ ਗ੍ਰੰਥ ਯਾਦ ਹੋਣ, ਨੇਫਲ ਹੈ। ਤੇ ਭਾਈ ਕੱਟੂ ਦੇ ਕੋਲ ਜਾ ਕੇ ਜਦ ਉਹਨਾਂ ਨੇ ਮਟਕੀ ਖੋਲੀ ਤੇ ਉਹ ਸਾਫ ਸੁਥਰਾ, ਫਿਰ ਭਾਈ ਕੱਟੂ ਨੂੰ ਕੜਛੀ ਜ਼ਹਿਰ ਦੀ ਦੇ ਕੇ ਫਿਰ ਪਾਤਸ਼ਾਹ ਦੇ ਕੋਲ ਵਾਪਸ ਲੈ ਕੇ ਗਏ। ਇਸ ਕਰਕੇ ਅੱਗੇ ਚੱਲਦੀ ਹੈ ਗੱਲ ਰਾਜਿਆਂ ਦੀ, ਅਮੀਰਾਂ ਦੀ। ਕਹਿੰਦੇ ਜੇ ਕਿਸੇ ਕੋਲੇ ਬਹੁਤ ਅਮੀਰੀ ਹੋਵੇ, ਰਾਜ ਮਿਲਕ ਸਿਕਦਾਰੀਆਂ, ਰਾਜਾ ਹੋਵੇ, ਮਿਲਕ ਦਾ ਭਾਵ ਹੈ ਮਿਲਕ, ਜ਼ਮੀਨ, ਸੰਪਤੀ। ਭਾਵੇਂ ਕੋਈ ਬਹੁਤ ਵੱਡਾ ਰਾਜਾ ਹੋਵੇ, ਬੜੀ ਲੰਮੀ ਚੌੜੀ ਧਰਤੀ ਦਾ ਮਾਲਕ ਹੋਵੇ। ਸਿਕਦਾਰੀਆਂ, ਭਾਵੇਂ ਕੋਈ ਵੱਡਾ ਵਜ਼ੀਰ ਹੋਵੇ, ਮੰਤਰੀ ਹੋਵੇ, ਜਿਵੇਂ ਅੱਜ ਵਾਲੇ। ਮਾਇਆ ਦਾ ਕੋਈ ਤੋੜਾ ਨਹੀਂ, ਪਰ ਪ੍ਰੇਮ ਨੇੜੇ ਤੇੜੇ ਨਹੀਂ ਉਹਨਾਂ ਦੇ। ਕਹੋ ਸਤਨਾਮ ਸ੍ਰੀ। ਪ੍ਰੇਮ ਦਾ ਕਿਣਕਾ ਵੀ ਨਹੀਂ ਹੈ ਉਹਨਾਂ ਲੋਕਾਂ ਦੇ ਵਿੱਚ। ਪੈਸਾ ਬਹੁਤ ਹੈ, ਫਿਰ ਇਹੋ ਜਿਹੇ ਪੈਸੇ ਦਾ ਕੀ ਕਰਨਾ ਹੈ। ਪਾਤਸ਼ਾਹ ਕਹਿੰਦੇ ਰਾਜ ਮਿਲਕ ਸਿਕਦਾਰੀਆਂ, ਰਸ ਭੋਗਣ ਵਿਸਥਾਰ, ਬਾਗ ਸੁਹਾਵੇ ਸੋਹਣੇ, ਚੱਲੇ ਹੁਕਮ ਅਫਾਰ। ਬੜਾ ਹੁਕਮ ਚੱਲਦਾ ਹੋਵੇ, ਘਰੇ 36 ਪ੍ਰਕਾਰ ਦੇ ਭੋਜਨ ਹੋਣ, ਰਸ ਭੋਗਣ, ਖਾਣ ਵਾਲੀਆਂ ਵਸਤੂਆਂ, ਪਹਿਨਣ ਵਾਲੀਆਂ ਵਸਤੂਆਂ, ਵਰਤਣ ਵਾਲੀਆਂ ਵਸਤੂਆਂ, ਗੱਡੀਆਂ, ਮੋਟਰਾਂ, ਘੋੜੇ, ਰੱਥ ਆਦਿ। ਰਸ ਭੋਗਣ ਵਿਸਥਾਰ, ਬਾਗ ਸੁਹਾਵੇ, ਬਾਗਾਂ ਦੀ ਸੈਰ ਕਰਨ ਵਾਸਤੇ ਬਾਗ ਹੋਣ। ਸੋਹਣੇ ਚੱਲੇ ਹੁਕਮ ਅਫਾਰ, ਦੁਨੀਆ ਵਿੱਚ ਉਹਦਾ ਹੁਕਮ ਚੱਲਦਾ ਹੋਵੇ।
रंग तमाशे बहु विधि चाए लग रहे आ। रंग तमाशे मनोरंजन के साधन, पहला तमाशा कहने सी, फिर फिल्म कहन लग पे। तो पुराना शब्द लिखिया होया इत्थे, कहने मनोरंजन के बड़े साधन होण घर विच, बड़ा चाह चढ़िया रहिंदा होवे, हमेशा दुख दिसे ही ना किसी पासे उसनूं। रंग तमाशे बहु विधि चाए लग रहे आ, पर याद रखियो चित न आयो पार ब्रह्म। जे परमेश्वर दे नाल प्यार नहीं है, परमेश्वर की सृष्टि नाल प्यार नहीं है, सर्प की जून गया, टेढ़ियां जूना में सप बनेगा। वेखदे ना बड़ा हंकार है उन्होंने मंत्रियों नूं, उन्होंने अमीरजादियां नूं, वो सारी दुनिया असीं अपनी मुट्ठी च कर लेनी है। तो परमेश्वर कहंदी ऐदा मुट्ठी च नहीं हुंदी है। कहो सतनाम, तुसीं मेरी मुट्ठी च आ जाओगे, सोनू मैं सप की जून च पा दूंगा, पर दुनिया मैं किसी की मुट्ठी च नहीं होण दिंदागा। बड़े लोग आए, सिकंदर वर्गे, हरनाक्ष वर्गे, रावण वर्गे, 84 दे राजे, अजकल दे वर्तमान राजे। ख्याल तो बड़ा लंबा हुंदा है। परमेश्वर पहला तो उन्होंने खिडाउंदा है, जिवें बिल्ली चूहे नूं फड़ लैंदी है ना, मारदी नहीं एकदम उन्होंने मधोल के जे छड़ दिंदी है, फिर भजदा, सोचदा कि शायद मैं छुट गया, जो भजदा फिर पंजा मार के सिट दिंदी है, फिर तड़फदा बंधोल के जे सड़ दिंदी है, फिर थोड़ा जिहा भजदा है, वाहवा चिर खेडदी उसनूं। ये परमेश्वर खेडदा है, खेडां करदा इन्हां लोकां दे नाल, पर जदों समां आउंदा ते फिर मार के वो सिट दिंदा, जिवें बिल्ली मार दिंदी है चूहे नूं, उसे तरह ही हरनाक्ष दे नाल भी इदां कीता परमेश्वर ने। जदों नरसिंह रूप धारण करके आया ना, हरनाक्ष ने जोर लाया प्रहलाद नूं मारन दा, पहाड़ तो सिटिया, दरिया विच सिटिया, अग दे विच भी बिठाया, उथों भी बच गया, उहदी भूआ सड़ गई। जदों किसी तरह भी ना मरिया, सप्पां भी छड्डिया, सप्पां दे नाल खेडण लग पे, उहदे नाल सप्पां ने भी डंग ना मारिया प्रहलाद नूं। कहना खड़ जो, फिर मैं मारदा, तलवार लैके आ गया, कहना मैं मारूंगा, हुण तैनूं किहड़ा तेरा रब बचाऊगा, किहड़ा हरी बचाऊगा, दस कित्थे है? वो कहना पिता जी वो तो हर थां ते ही है। कित्थे है? आ पिल्लर च है। कहने हाँ इहदे विच भी है। गुस्से च आके पिल्लर दे तलवार मारी, वो पिल्लर फट गया, कहने विचों नरसिंह रूप निकले, इनू फड़ लग्या, ये भज लिया, खूब भजाया इसनूं, फिर इनू फड़ लिया बाहां तो, क्योंकि टाइम बराबर लियाउणा सी ना। जिन्ना चिर किसी दी मौत का टाइम नहीं आउंदा, उन्ना चिर खेडदा है, जो मौत का टाइम आउंदा फिर मार लैंदा है। ਉਹਦੀ मौत का टाइम सीगा सूरज का अद्धा छिपना ते अद्धा रहना, कोई सतनाम सी, अध विचाला, खूब भजाया, बाह फड़ ली, इन्हें जोर लाया, झटका मार के छडाउण दा, उन्हें छाती ढिली करके, उन्हें सोचा कि मैं बहुत तकड़ा, बाह छड़ा ली ये कोलों, कोई सतनाम, उन्हें छड़ती, खूब भजिया इधर उधर, ते वाहवा चिर उसनूं भजाया, ते जदों ऐन अद्धा सूरज टिक्की छिप गई, अद्धी बाहर है अद्धी विच है, उदों फड़ लिया, फिर ते बरांडे दे विचाले बह गया गेट च लैके, पिछलियां लत्तां लम्मियां कर लियां, मूहरले हत्थां दे नाल उहनूं फड़ लिया। कहना ओए तैनूं ब्रह्मा ने वर दित्ते सीगे, तो उन्हां दा दुरुपयोग कीता है। आ दुनिया दुरुपयोग करदी है वरां दा, शक्तियां दा। परमेश्वर दिंदा शक्तियां, किसी नूं राजगद्दी ते बिठाउणा, किसी नूं मंत्री बनाउणा, प्रधान मंत्री बनाउणा, किसी नूं वड्डियां शक्तियां देणियां, छोटियां कुर्सियां देणियां, वड्डियां देणियां, रब दिंदा है। पर जदों बंदा दुरुपयोग करता है, फिर परमेश्वर कढ़ के वो मारदा। कहो सतनाम श्री। तू दुरुपयोग किया, तेनों ब्रह्मा ने वर दिते सीगे, आपदे पूरे कर ला। ना मैं अंदर मरा, ना बाहर मरा, ना मैं थले मरा, ना उत्ते मरा, ना बंदा मारे, ना पशु मारे। कहें दस तू कित्थे आ? हुण धरती ते है? कहता नहीं जी सोडियां लत्तां ते आ। लम्मा पा लिया लत्तां दे उत्ते, अध विचाले कर लिया ना। कहना मैं धरती ते मरा, ना आकाश च मरा, विचाले रख लिया। कहने देख मैं बंदा के पशु आ? कहने कोई समझ नहीं आउंदी। जिहड़ा शरीर सी गले तो हेठां वो शेर दा, उपर मनुख दा। कहंदे देख दिन छिपिया के खड़ा है,
कहना ना मैं दिने मरना रात नूं मरां, कहना ना छिपिया ना खड़ा, अध विचाले सीगा उदों सूरज। कहने तू कहना मैं कोई हथियार नाल ना मरा, मेरे कोल कोई हथियार है? कहना नहीं, वो हत्थां दे जिहड़े पंजे सी वो शेर वाले सीगे, वो पा के छाती विच पाड़ के सिटदा। इदां ही हुंदी आ दुरुपयोग करन वालियां नाल, शक्ति दा दुरुपयोग करन जिहड़े राज मिलख सिकदारियां रस भोगन विस्तार, जिन्हां दे कोले बड़ी संपत्ति होवे, राज भाग होण, सिकदारियां चौधरा वजीरियां होण, 36 प्रकार दे खान दे समान होण, रस भोगन विस्तार, बाग सुहावे सोहणे चलै हुक्म अफार, शहर छपाटे करदे होण, हुक्म चलदा होवे, रंग तमाशे बहु विधि चाए लग रहिया, चेतन आयो पार ब्रह्म ता सर्प की जून गया। ਅੱਗੇ ਦੋ ਕੁ ਪਦੇ ਹੋਰ ਹੈ, ਉਹ ਆਪਾਂ ਕੱਲ੍ਹ ਦੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਵਿਚਾਰਾਂ ਇੱਥੇ ਰੋਕਦੇ ਹਾਂ। ਇਸ ਕਰਕੇ ਇਹ ਸ਼ਬਦ ਦੀ ਆਰੰਭਤਾ ਸੀ ਪਰਮੇਸ਼ਰ ਨੂੰ ਯਾਦ ਕਰੀਏ ਤਾਂ ਮੁਸ਼ਕਲਾਂ ਵਿੱਚੋਂ ਵੀ ਕੱਢ ਲੈਂਦਾ, ਨਾ ਯਾਦ ਕਰੀਏ ਤੇ ਸੁੱਖਾਂ ਵਿੱਚ ਵੀ ਮਾਰ ਦਿੰਦਾ। ਕਹੋ ਸਤਨਾਮ ਸੀ, ਸੁੱਖਾਂ ਵਿੱਚ ਵੀ ਦੁੱਖ ਬਣ ਜਾਂਦੇ ਆ। ਦੁੱਖ ਦਾਰੂ ਸੁੱਖ ਰੋਗ ਭਇਆ, ਜਾਂ ਸੁਖਤਾਮ ਨਾ ਹੋਈ। ਇਹੋ ਜਿਹੀ ਸੁੱਖਾਂ ਦੀ ਮੈਨੂੰ ਲੋੜ ਨਹੀਂ ਜਿਹੜੇ ਸੁੱਖ ਮੇਰੇ ਵਾਸਤੇ ਦੁੱਖਦਾਈ ਬਣ ਜਾਣ। ਇਦੋਂ ਤਾਂ ਉਹ ਦੁੱਖ ਚੰਗੇ ਆ। ਪਰਮੇਸ਼ਰ ਚੇਤੇ ਆਉਂਦਾ ਹੈ। ਕ੍ਰਿਸ਼ਨ ਆਪਣੀ ਭੂਆ ਨੂੰ ਕਹਿਣ ਲੱਗਿਆ, ਭੂਆ ਮੰਗ ਲੈ ਕੁਝ। ਕਿਹਨੂੰ ਕਹਿੰਦਾ ਸੀ? ਪਾਂਡੂ ਆਰਜਾ, ਪਾਂਡਵਾਂ ਦੀ ਮਾਂ ਨੂੰ। ਇਹ ਭੂਆ ਮਾਮੇ ਦੇ ਪੁੱਤਰ ਸਨ। ਕਹਿੰਦੇ ਮੰਗ ਲੈ ਕੁਝ। ਤਾਂ ਕਹਿਣ ਲੱਗੇ, ਪਾਂਡਵਾਂ ਦੀ ਮਾਂ ਕਹਿਣ ਲੱਗੀ ਕੁੰਤੀ, ਕਹਿੰਦੀ ਮਹਾਰਾਜ ਕਿਰਪਾ ਕਰੋ, ਦੁਨੀਆ ਦੇ ਦੁੱਖ ਮੇਰੀ ਝੋਲੀ 'ਚ ਪਾ ਦਿਓ। ਕਹਿੰਦੀ ਇਹ ਕੀ ਮੰਗਿਆ? ਦੁਨੀਆ ਸੁੱਖ ਮੰਗਦੇ, ਦੁੱਖ ਮੰਗਦੀ ਹੈ। ਕਹਿੰਦੀ ਦੁੱਖ ਵਿੱਚ ਤੈਨੂੰ ਚੇਤੇ ਕਰਦੀ ਰਹੂੰਗੀ, ਸੁੱਖ ਦੇ ਵਿੱਚ ਤੂੰ ਵਿਸਰ ਜਾਵੇਂਗਾ। ਇਸ ਕਰਕੇ ਜਾਂ ਸੁਖਤਾਮ ਨਾ ਹੋਈ। ਇਹੋ ਜਿਹੇ ਸੁੱਖਾਂ ਦੀ ਮੈਨੂੰ ਲੋੜ ਨਹੀਂ ਜਿਨ੍ਹਾਂ ਦੇ ਵਿੱਚ ਮੈਂ ਰੱਬ ਨੂੰ ਵਿਸਰ ਜਾਵਾਂ। ਦੁਨੀਆ ਕੀਆਂ ਵਡਿਆਈਆਂ ਅਗਨੀ ਮੈਂ ਪਾਗੋ, ਜੋ ਮਿਲੇ ਪਿਆਰਾ ਆਪਣਾ ਤੇ ਬੋਲ ਕਰਾਗੋ। ਉਹ ਬੋਲ ਕਰੀਏ ਜਿਵੇਂ ਪਰਮੇਸ਼ਰ ਮਿਲ ਜਾਵੇ। ਵਡਿਆਈਆਂ ਨੂੰ ਅੱਗ ਵਿੱਚ ਪਾ ਦਿਓ ਜਿਹੜੀਆਂ ਸਾਨੂੰ ਪਰਮੇਸ਼ਰ ਤੋਂ ਦੂਰ ਲੈ ਜਾਣ। ਗੁਰੂ ਕਿਰਪਾ ਕਰਨ। ਅਗਲੇ ਸ਼ਬਦ ਦੇ ਵਿਚਾਰ ਆਪਾਂ ਕੱਲ੍ਹ ਦੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਬੋਲਦਿਆਂ ਅਨੇਕਾਂ ਅੱਖਰਵਾਦ ਘੱਟ ਹੋ ਜਾਂਦੇ। ਸਿੱਖ ਸੰਗਤਾਂ ਤੇ ਸਤਿਗੁਰੂ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹਲਾ ਤੀਜਾ।